ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਆਪਾਂ ਹਿਸਟਰੀ ਦਾ ਲੈਸਨ ਨੰਬਰ 12 ਪੋਲੀਟੀਕਲ ਡਿਵੈਲਪਮੈਂਟਸ ਇਨ ਸਾਊਥ ਇੰਡੀਆ ਦੇ ਬਾਰੇ ਪੜ੍ਹਾਂਗੇ। ਆਪਾਂ ਇਸ ਚੈਪਟਰ ਦੇ ਵਿੱਚ ਸਾਊਥ ਇੰਡੀਆ ਦੇ ਵਿੱਚੋਂ ਅਲੱਗ-ਅਲੱਗ ਡਾਇਨੈਸਟੀਜ਼ ਆਈਆਂ ਸੀਗੀਆਂ, ਜਿਵੇਂ ਕਿ ਪੱਲਵਸ, ਪਾਂਡਿਆਜ਼, ਚੋਲਾਜ਼, ਠੀਕ ਹੈ, ਇਹਨਾਂ ਦੇ ਬਾਰੇ ਪੜ੍ਹਾਂਗੇ। ਇਸ ਤੋਂ ਇਲਾਵਾ ਆਪਾਂ ਦੇਖਾਂਗੇ ਕਿ ਇਹਨਾਂ ਦਾ ਜੋ ਐਡਮਿਨਿਸਟ੍ਰੇਸ਼ਨ ਕਿਵੇਂ ਦਾ ਸੀਗਾ ਅਤੇ ਸੁਸਾਇਟੀ ਵਗੈਰਾ ਇਹਨਾਂ ਦੀ ਕਿਵੇਂ ਦੀ ਸੀ। ਹੁਣ ਆਪਾਂ ਚੈਪਟਰ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਜੋ ਸਾਊਥ ਇੰਡੀਆ ਦੇ ਵਿੱਚ ਮਿਡੀਵਲ ਪੀਰੀਅਡ ਦੇ ਵਿੱਚ ਬਹੁਤ ਸਾਰੇ ਡਾਇਨੈਸਟੀਜ਼ ਆਈਆਂ, ਜਿਵੇਂ ਕਿ ਪੱਲਵਸ, ਪਾਂਡਿਆਜ਼, ਚੋਲਾਜ਼, ਠੀਕ ਹੈ। ਜਿਹੜੇ ਤਿੰਨ ਡਾਇਨੈਸਟੀਜ਼ ਸੀਗੀਆਂ ਉਸ ਟਾਈਮ ਬਹੁਤ ਜ਼ਿਆਦਾ ਪਾਵਰਫੁਲ ਸੀਗੀਆਂ, ਅਤੇ ਜਿਹੜੇ ਤਿੰਨੋਂ ਡਾਇਨੈਸਟੀਜ਼ ਸੀਗੀਆਂ ਆਪਣੀ ਸੁਪਰਮੈਸੀ ਦੇ ਲਈ, ਮਤਲਬ ਆਪਣੀ ਸਰਵਉੱਚਤਾ ਦੇ ਲਈ ਇੱਕ ਦੂਸਰੇ ਦੇ ਨਾਲ ਲੜਦੇ ਰਹੀਆਂ। ਦਾ ਪੱਲਵਸ, ਸਭ ਤੋਂ ਪਹਿਲਾਂ ਪੱਲਵਸ ਕਰਾਂਗੇ। ਜਿਹੜੇ ਪੱਲਵ ਸੀਗੇ ਇਹਨਾਂ ਨੇ ਜਦੋਂ ਸਾਤਵਾਹਨ ਡਾਇਨੈਸਟੀ ਖਤਮ ਹੋ ਗਈ ਸੀ 5th ਅਤੇ 6th ਸੈਂਚੁਰੀ ਦੇ ਵਿੱਚ, ਉਦੋਂ ਜਿਹੜੇ ਪੱਲਵ ਰੂਲਰ ਸੀਗੇ ਇਹ ਬਹੁਤ ਜ਼ਿਆਦਾ ਪਾਵਰਫੁਲ ਬਣ ਗਏ ਸੀਗੇ। ਜਿਹੜਾ ਮਹਿੰਦਰ ਵਰਮਨ 1 ਅਤੇ ਨਰਸਿਮਮ 1 ਸੀਗਾ, ਇਹ ਪੱਲਵ ਡਾਇਨੈਸਟੀ ਦੇ ਦੋ ਮੇਨ ਰੂਲਰ ਸਨ, ਠੀਕ ਹੈ। ਇਹਨਾਂ ਨੇ ਆਪਣੀ ਡਾਇਨੈਸਟੀ ਨੂੰ ਚੋਲਾ, ਚੇਰਾ ਅਤੇ ਪਾਂਡਿਆਸ ਨੂੰ ਹਰਾਉਣ ਤੋਂ ਬਾਅਦ ਜਿਹੜੀ ਆਪਣੀ ਡਾਇਨੈਸਟੀ ਸੀਗੀ, ਕਿੰਗਡਮ ਸੀਗਾ, ਉਹਨੂੰ ਐਕਸਪੈਂਡ ਕੀਤਾ, ਮਤਲਬ ਉਹਨੂੰ ਵਧਾਇਆ। ਅਤੇ ਇਹਨਾਂ ਦੀ ਜਿਹੜੀ ਕੈਪੀਟਲ ਸੀਗੀ ਉਹ ਕਾਂਚੀ ਸੀਗੀ। ਇਸ ਤੋਂ ਇਲਾਵਾ ਜਿਹੜੇ ਪੱਲਵ ਰੂਲਰ ਸੀਗੇ ਆਰਟ ਅਤੇ ਆਰਕੀਟੈਕਚਰ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸਨ। ਇਹਨਾਂ ਨੇ ਮਹਾਬਲੀਪੁਰਮ ਦੇ ਵਿੱਚ ਸ਼ੋਰ ਟੈਂਪਲ ਅਤੇ ਰਥ ਟੈਂਪਲ ਬਣਾਇਆ। ਇਸ ਤੋਂ ਇਲਾਵਾ ਕਾਂਚੀ ਦੇ ਵਿੱਚ ਇਹਨਾਂ ਨੇ ਕੈਲਾਸ਼ਨਾਥ ਟੈਂਪਲ ਵੀ ਬਣਾਇਆ। ਫਿਰ ਜਿਹੜੇ ਚੋਲਾ ਸੀਗੇ ਉਹਨਾਂ ਨੇ 9th ਸੈਂਚੁਰੀ ਦੇ ਵਿੱਚ ਜਿਹੜੇ ਪੱਲਵ ਸੀਗੇ ਉਹਨਾਂ ਨੂੰ ਹਰਾ ਦਿੱਤਾ ਸੀ। ਫਿਰ ਇਸ ਤਰ੍ਹਾਂ ਉਹਨਾਂ ਦੇ ਹਰਾਉਣ ਤੋਂ ਬਾਅਦ ਜਿਹੜੀ ਪੱਲਵ ਡਾਇਨੈਸਟੀ ਸੀਗੀ ਉਹ ਖਤਮ ਹੋ ਗਈ ਸੀ। ਹੁਣ ਅੱਗੇ ਆਪਾਂ ਪਾਂਡਿਆਸ ਦੇ ਬਾਰੇ ਪੜ੍ਹਾਂਗੇ। ਜਿਹੜੇ ਪਾਂਡਿਆ ਕਿੰਗਡਮ ਸੀਗੀ ਇਹ ਮਿਡੀਵਲ ਪੀਰੀਅਡ ਦੇ ਵਿੱਚ ਜੋ ਤਾਮਿਲਨਾਡੂ ਦੇ ਸਾਊਥਰਨ ਪਾਰਟ ਸੀਗੇ ਉੱਥੇ ਰਹਿੰਦੀ ਸੀਗੀ, ਅਤੇ ਇਹਨਾਂ ਦੀ ਜਿਹੜੀ ਕੈਪੀਟਲ ਸੀਗੀ ਮਦੁਰਾ ਸੀਗੀ। ਅਤੇ ਜਿਹੜਾ ਮਾਰਕੋ ਪੋਲੋ ਸੀਗਾ ਉਹਨੇ ਉਸ ਟਾਈਮ ਜਦੋਂ ਪਾਂਡਿਆਸ ਡਾਇਨੈਸਟੀ ਚੱਲ ਰਹੀ ਸੀਗੀ ਉਸ ਟਾਈਮ ਉੱਥੇ ਵਿਜ਼ਿਟ ਕੀਤਾ, ਅਤੇ ਉੱਥੋਂ ਦੇ ਬਾਰੇ ਬਹੁਤ ਕੁਛ ਲਿਖਿਆ ਵੀ ਇਹਨਾਂ ਦਾ ਐਡਮਿਨਿਸਟ੍ਰੇਸ਼ਨ ਵਗੈਰਾ ਕਿਵੇਂ ਦੀ ਸੀ, ਉਹ ਕਿਵੇਂ ਕੰਮ ਕਰਦੇ ਸਨ। ਅਤੇ ਜਿਹੜੀ ਪਾਂਡਿਆ ਡਾਇਨੈਸਟੀ ਸੀਗੀ ਉਹ 14th ਸੈਂਚੁਰੀ ਦੇ ਵਿੱਚ ਖਤਮ ਹੋ ਗਈ ਸੀਗੀ। ਉਸ ਤੋਂ ਬਾਅਦ ਆਪਾਂ ਚੋਲਾਸ ਦੇ ਬਾਰੇ ਪੜ੍ਹਾਂਗੇ। ਜਿਹੜੇ ਚੋਲਾ ਸੀਗੇ ਇਸ ਮਿਡੀਵਲ ਪੀਰੀਅਡ ਦੇ ਵਿੱਚ ਸਾਊਥ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਪਾਪੂਲਰ ਸਨ, ਠੀਕ ਹੈ, ਮਤਲਬ ਬਹੁਤ ਜ਼ਿਆਦਾ ਫੇਮਸ ਸਨ। ਜਿਹੜਾ ਵਿਜਯਾਲਯ ਸੀਗਾ ਉਹ ਚੋਲਾ ਕਿੰਗਡਮ ਦਾ ਸਭ ਤੋਂ ਪਹਿਲਾ ਰੂਲਰ ਸੀਗਾ, ਸਭ ਤੋਂ ਪਹਿਲਾ ਸ਼ਾਸਕ ਸੀਗਾ। ਉਹਨੇ ਪੱਲਵਸ ਤੋਂ ਤਜਨੌਰ ਨੂੰ ਜਿੱਤ ਲਿਆ ਸੀਗਾ ਅਤੇ ਉਹਨੂੰ ਆਪਣੀ ਕੈਪੀਟਲ ਬਣਾ ਲਿਆ ਸੀਗਾ। ਫਿਰ ਉਸ ਤੋਂ ਬਾਅਦ ਜਿਹੜਾ ਪਰਾਂਟਕਾ 1 ਸੀਗਾ ਉਹ ਇੱਕ ਫੇਮਸ ਚੋਲਾ ਰੂਲਰ ਸੀਗਾ, ਮਤਲਬ ਪਾਵਰਫੁਲ ਵੀ ਸੀਗਾ ਅਤੇ ਬਹੁਤ ਜ਼ਿਆਦਾ ਫੇਮਸ ਸੀਗਾ। ਉਹਨੇ ਪਾਂਡਿਆ ਰੂਲਰ ਨੂੰ ਹਰਾਇਆ ਅਤੇ ਜਿਹੜੇ ਮਦੁਰਾਈ ਸੀਗੀ ਉਹਨੂੰ ਜਿੱਤ ਲਿਆ ਸੀਗਾ, ਉਹਦੇ ਉੱਪਰ ਜਿੱਤ ਹਾਸਿਲ ਕਰ ਲਈ ਸੀਗੀ। ਫਿਰ ਉਸ ਤੋਂ ਬਾਅਦ ਜੋ ਪਰਾਂਟਕਾ 1 ਸੀਗਾ ਉਹਨੂੰ ਰਾਸ਼ਟਰਕੂਟ ਕਿੰਗ ਸੀਗਾ ਇੱਕ ਕ੍ਰਿਸ਼ਨਾ 3rd, ਉਹਨੇ ਤਕਲੋਮ ਦੀ ਬੈਟਲ ਦੇ ਵਿੱਚ, ਤਕਲੋਮ ਦੇ ਵਿੱਚ ਇੱਕ ਬੈਟਲ ਹੋਈ ਸੀਗੀ 949 ਦੇ ਵਿੱਚ, ਉਸ ਟਾਈਮ ਉਹਨੂੰ ਹਰਾ ਦਿੱਤਾ ਸੀਗਾ। ਫਿਰ ਉਹਦੀ ਹਾਰ ਤੋਂ ਬਾਅਦ ਜਿਹੜੇ ਚੋਲਾ ਕਿੰਗਡਮ ਸੀਗੀ ਉਹ ਵੀਕ ਹੋਣੀ, ਮਤਲਬ ਕਮਜ਼ੋਰ ਹੋਣੀ ਸਟਾਰਟ ਹੋ ਗਈ। ਫਿਰ ਉਸ ਤੋਂ ਬਾਅਦ ਜੋ ਰਾਜਾ 1 ਸੀਗਾ ਅਤੇ ਰਾਜੇਂਦਰ ਚੋਲਾ ਸੀਗਾ ਉਹਨੇ ਕਿੰਗਡਮ ਨੂੰ ਦੁਬਾਰਾ ਤੋਂ ਬਣਾਇਆ, ਦੁਬਾਰਾ ਤੋਂ ਉਸ ਜਗ੍ਹਾ 'ਤੇ ਲੈ ਕੇ ਆਂਦਾ ਜਿਸ ਜਗ੍ਹਾ 'ਤੇ ਪਹਿਲਾਂ 'ਤੇ ਸੀਗੀ, ਮਤਲਬ ਉਹਨੂੰ ਜ਼ਿਆਦਾ ਪਾਵਰਫੁਲ ਬਣਾਇਆ। ਅਤੇ ਫਿਰ ਉਸ ਤੋਂ ਬਾਅਦ ਇਹਨਾਂ ਦੀ ਅੱਗੇ ਆਪਾਂ ਹੁਣ ਪੜ੍ਹਾਂਗੇ ਰਾਜਾ ਦੇ ਬਾਰੇ। ਜੋ ਰਾਜਾ ਸੀਗਾ ਇਹਨੂੰ ਰਾਜਾ ਚੋਲਾ ਵੀ ਕਿਹਾ ਜਾਂਦਾ ਸੀਗਾ। ਇੱਕ ਚੋਲਾ ਕਿੰਗਡਮ ਦਾ ਬਹੁਤ ਜ਼ਿਆਦਾ ਪਾਵਰਫੁਲ ਸ਼ਕਤੀਸ਼ਾਲੀ ਰੂਲਰ ਸੀਗਾ, ਜਿਹਨੇ 985 ਤੋਂ ਲੈ ਕੇ 1014 ਤੱਕ ਰੂਲ ਕੀਤਾ। ਇਹਨੇ ਬਹੁਤ ਸਾਰੇ ਜਿਹੜੇ ਰੀਜਨ ਸੀਗੇ, ਬਹੁਤ ਸਾਰੇ ਏਰੀਏ ਸੀਗੇ, ਉਹਨਾਂ ਦੇ ਉੱਪਰ ਆਪਣੀ ਜਿੱਤ ਹਾਸਿਲ ਕੀਤੀ ਅਤੇ ਆਪਣੇ ਕਬਜ਼ੇ ਦੇ ਵਿੱਚ ਲਿਆ, ਜਿਵੇਂ ਕਿ ਚੇਰਾ, ਪਾਂਡਿਆ ਅਤੇ ਸ਼੍ਰੀਲੰਕਾ। ਇਹਨਾਂ ਦੇ ਰੂਲਰਸ ਨੂੰ ਹਰਾ ਦਿੱਤਾ ਅਤੇ ਇਹਨਾਂ ਏਰੀਆ ਦੇ ਉੱਪਰ ਆਪਣਾ ਕਬਜ਼ਾ ਕਰ ਲਿਆ। ਇਸ ਤੋਂ ਇਲਾਵਾ ਆਪਣੀ ਆਰਮੀ ਫੋਰਸ ਨੂੰ ਵੀ ਬਹੁਤ ਜ਼ਿਆਦਾ ਮਾਡਰਨਾਈਜ਼ ਕਰਨਾ ਚਾਹੁੰਦਾ ਸੀਗਾ। ਇਸ ਤੋਂ ਇਲਾਵਾ ਉਹਨੇ ਆਪਣੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਵੀ ਬਹੁਤ ਜ਼ਿਆਦਾ ਰਿਫੋਰਮਸ ਕੀਤੇ, ਅਤੇ ਉਹਨੇ ਜਿਹੜਾ ਫੇਮਸ ਟੈਂਪਲ ਸੀਗਾ ਰਾਜਰਾਜੇਸ਼ਵਰ ਤਜਨੌਰ ਦੇ ਵਿੱਚ ਉਹ ਵੀ ਬਣਾਇਆ। ਹੁਣ ਅੱਗੇ ਆਪਾਂ ਰਾਜੇਂਦਰ ਚੋਲਾ ਦੇ ਬਾਰੇ ਪੜ੍ਹਾਂਗੇ। ਜਿਹੜਾ ਰਾਜੇਂਦਰ ਚੋਲਾ ਸੀਗਾ ਉਹਨੇ ਵੀ ਚੋਲਾ ਕਿੰਗਡਮ ਨੂੰ ਐਕਸਪੈਂਡ ਕੀਤਾ, ਵਧਾਇਆ। ਉਹਨੇ ਪਾਂਡਿਆ ਰੂਲਰ, ਠੀਕ ਆ, ਚੇਰਾ ਅਤੇ ਸ਼੍ਰੀਲੰਕਾ ਨੂੰ ਹਰਾ ਦਿੱਤਾ ਅਤੇ ਉਹਦੇ ਦੀ ਏਰੀਆ ਦੇ ਉੱਪਰ ਆਪਣਾ ਕਬਜ਼ਾ ਕਰ ਲਿਆ। ਅਤੇ ਉਹਨੇ ਇੱਕ ਨਵਾਂ ਟਾਊਨ ਵੀ ਬਿਲਡ ਕੀਤਾ ਸੀ, ਨਵਾਂ ਟਾਊਨ ਵੀ ਬਣਾਇਆ ਸੀ ਜਿਹਨੂੰ ਗੰਗਈਕੋਂਡ ਚੋਲਾਪੁਰਮ ਵੀ ਕਿਹਾ ਜਾਂਦਾ। ਅਤੇ ਇਹਨੇ ਜਿਹੜਾ ਟਾਊਨ ਬਣਾਇਆ ਸੀਗਾ ਉਹਨੂੰ ਆਪਣੀ ਕੈਪੀਟਲ, ਮਤਲਬ ਆਪਣੀ ਰਾਜਧਾਨੀ ਬਣਾ ਲਿਆ ਸੀ। ਇਸ ਤੋਂ ਇਲਾਵਾ ਉਹਨੇ ਅੰਡੇਮਾਨ ਨਿਕੋਬਾਰ, ਮਲਾਇਆ, ਸੁਮਿਤਰਾ, ਜਾਵਾ
ਤੇ ਇਹਨਾਂ ਏਰੀਆ ਦੇ ਉੱਪਰ ਵੀ ਜਿੱਤ ਹਾਸਿਲ ਕੀਤੀ ਤੇ ਉਹਨਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ। ਇਸ ਤੋਂ ਇਲਾਵਾ ਉਹਨੇ ਬਿਜ਼ਨਸ ਰਿਲੇਸ਼ਨਸ ਵੀ ਓਪਨ ਕੀਤੇ ਚਾਈਨਾ ਅਤੇ ਸਾਊਥ ਇੰਡੀਆ ਦੇ ਨਾਲ। ਜਦੋਂ ਉਹਨੇ ਬਿਜ਼ਨਸ ਰਿਲੇਸ਼ਨ ਓਪਨ ਕਰ ਲਏ ਸੀਗੇ ਸਾਊਥ ਅਤੇ ਇੰਡੀਆ ਦੇ ਨਾਲ ਅਤੇ ਚਾਈਨਾ ਦੇ ਨਾਲ, ਇਸ ਨਾਲ ਜਿਹੜੇ ਚੋਲਾ ਕਿੰਗਡਮ ਦੀ ਇਨਕਮ ਸੀਗੀ ਉਹ ਇਨਕਰੀਜ਼ ਹੋਣੀ ਸਟਾਰਟ ਹੋ ਗਈ ਅਤੇ ਉਹਨੇ ਆਪਣੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਰਿਫੋਰਮਸ ਕੀਤੇ। ਫਿਰ ਇਸ ਤੋਂ ਬਾਅਦ ਰਾਜੇਂਦਰ ਚੋਲਾ ਤੋਂ ਬਾਅਦ ਜਿਹੜੇ ਉਹਦੇ ਸਕਸੈਸਰ ਸੀਗੇ ਉਹ ਆਪਸ ਦੇ ਵਿੱਚ ਹੀ ਲੜਦੇ ਰਹੇ। ਠੀਕ ਹੈ, ਇਸ ਤਰ੍ਹਾਂ ਉਹਨਾਂ ਦੇ ਆਪਸ ਦੇ ਵਿੱਚ ਲੜਾਈਆਂ ਦੇ ਕਾਰਨ ਜੋ ਚੋਲਾ ਕਿੰਗਡਮ ਸੀਗੀ ਉਹ ਵੀਕ ਹੋਣੀ ਸਟਾਰਟ ਹੋ ਗਈ ਅਤੇ ਜਿਹੜੀ ਚੋਲਾ ਕਿੰਗਡਮ ਸੀਗੀ ਉਹ ਖਤਮ ਹੋ ਗਈ। ਥੈਂਕ ਯੂ।